1885 ਈਸਵੀ ਵਿੱਚ ਭਾਰਤ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਨਮ ਹੋਇਆ। ਇਸ ਨੂੰ ਸਥਾਪਿਤ ਕਰਨ ਦਾ ਜਿਹੜਾ ਮੁੱਖ ਸਿਰ ਆਇਆ ਉਹ ਇੰਡੀਅਨ ਸਿਵਲ ਸਰਵਿਸ ਦੇ ਇੱਕ ਰਿਟਾਇਰਡ ਅੰਗਰੇਜ਼ ਅਫਸਰ ਓ ਹਿਊਮ ਯਾਨੀ ਕਿ ਐਲਨ ਓਕਟੇਵੀਅਨ ਹਿਊਮ ਦੇ ਸਿਰ 'ਤੇ ਆਉਂਦਾ ਹੈ। ਐਲਨ ਓਕਟੇਵੀਅਨ ਹਿਊਮ ਦਾ ਜਨਮ 1829 ਈਸਵੀ ਵਿੱਚ ਹੋਇਆ ਸੀ। ਉਸਨੇ 1849 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੀ ਸਿਵਲ ਸਰਵਿਸ ਵਿੱਚ ਪ੍ਰਵੇਸ਼ ਕੀਤਾ ਸੀ। ਉੱਤਰ ਪੱਛਮੀ ਪ੍ਰਾਂਤ ਦੇ ਇਟਾਵਾ ਜ਼ਿਲ੍ਹੇ ਵਿੱਚ ਕਈ ਸਾਲ ਤੱਕ ਸਹਾਇਕ ਮੈਜਿਸਟ੍ਰੇਟ ਅਤੇ ਡਿਪਟੀ ਕਲੈਕਟਰ ਦੇ ਤੌਰ 'ਤੇ ਕੰਮ ਕੀਤਾ। ਉਸਨੇ 1857-58 ਦੇ ਵਿਦਰੋਹ ਦੇ ਦੌਰਾਨ ਉਸਨੇ ਬ੍ਰਿਟਿਸ਼ ਸਰਕਾਰ ਦੀ ਬਹੁਮੁੱਲੀ ਸਹਾਇਤਾ ਕੀਤੀ। ਇਸ ਵਿਦਰੋਹ ਦੇ ਪਿੱਛੇ ਉਸਨੂੰ ਭਾਰਤ ਵਿੱਚ ਇੱਕ ਹੋਰ ਭਿਆਨਕ ਬਗਾਵਤ ਹੋਣ ਦਾ ਡਰ ਸਤਾਉਂਦਾ ਰਿਹਾ। ਹਿਊਮ ਨੂੰ ਭਾਰਤੀਆਂ ਨਾਲ ਬਹੁਤ ਹਮਦਰਦੀ ਸੀ। ਉਸਨੂੰ ਭਾਰਤੀ ਭਾਸ਼ਾਵਾਂ ਅਤੇ ਭਾਰਤੀਆਂ ਦੇ ਰੀਤੀ ਰਿਵਾਜ ਦਾ ਬਹੁਤ ਗਿਆਨ ਸੀ। ਉਸਨੇ 1870 ਵਿੱਚ ਕੁਝ ਸਮੇਂ ਲਈ ਭਾਰਤੀ ਸਰਕਾਰ ਦੇ ਗ੍ਰਹਿ ਵਿਭਾਗ ਦੇ ਸਕੱਤਰ ਅਤੇ 1871 ਈਸਵੀ ਤੋਂ 79 ਈਸਵੀ ਤੱਕ ਨਵੇਂ ਸਥਾਪਿਤ ਹੋਏ ਮਾਲ ਵਿਭਾਗ ਦੇ ਸੈਕਟਰੀ ਆਫ ਡਿਪਾਰਟਮੈਂਟ ਆਫ ਰੈਵਨਿਊ ਐਗਰੀਕਲਚਰ ਐਂਡ ਕਾਮਰਸ ਦੇ ਰੂਪ ਵਿੱਚ ਕੰਮ ਕੀਤਾ। ਉਸਨੇ ਮਹਿਸੂਸ ਕੀਤਾ ਕਿ ਲਾਰਡ ਡੇਟਨ ਦੇ ਸ਼ਾਸਨ ਕਾਲ ਦੇ ਅੰਤਲੇ ਦਿਨਾਂ ਵਿੱਚ ਭਾਰਤ ਵਾਸੀਆਂ ਵਿੱਚ ਅਸੰਤੋਖ ਅਤੇ ਬੇਚੈਨੀ ਦੀਆਂ ਭਾਵਨਾਵਾਂ ਬਹੁਤ ਜ਼ੋਰ ਫੜ ਚੁੱਕੀਆਂ ਸਨ। ਇੰਝ ਲੱਗ ਰਿਹਾ ਸੀਗਾ ਕਿ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਭਾਰਤ ਵਾਸੀ ਇੱਕ ਭਿਆਨਕ ਵਿਦਰੋਹ ਖੜਾ ਕਰ ਦੇਣਗੇ। ਇੱਕ ਵਿਚਾਰ ਅਨੁਸਾਰ ਉਸਨੇ ਤਾਂ ਬ੍ਰਿਟਿਸ਼ ਸਾਮਰਾਜ ਦੀ ਇਸ ਭਿਆਨਕ ਵਿਦਰੋਹ ਦੀ ਸੰਭਾਵਨਾ ਤੋਂ ਰੱਖਿਆ ਕਰਨ ਲਈ ਭਾਰਤੀਆਂ ਦੀ ਇੱਕ ਰਾਸ਼ਟਰੀ ਸੰਸਥਾ ਸਥਾਪਿਤ ਕਰਨ ਦਾ ਇਰਾਦਾ ਕੀਤਾ ਤਾਂ ਜੋ ਭਾਰਤੀਆਂ ਦਾ ਧਿਆਨ ਅਤੇ ਸ਼ਕਤੀ ਇਸ ਸੰਸਥਾ ਦੇ ਕੰਮ ਵਿੱਚ ਲਗਾਈ ਜਾ ਸਕੇ। ਇਹ ਵਿਚਾਰ ਪੂਰਨ ਰੂਪ ਵਿੱਚ ਠੀਕ ਵੀ ਸੀਗਾ। ਹਿਊਮ ਦਾ ਉਦੇਸ਼ ਸਿਰਫ ਬ੍ਰਿਟਿਸ਼ ਸਾਮਰਾਜ ਦੀ ਰੱਖਿਆ ਕਰਨਾ ਨਹੀਂ ਸੀ, ਉਸ ਨੂੰ ਭਾਰਤ ਵਾਸੀਆਂ ਨਾਲ ਵੀ ਦਿਲੋਂ ਹਮਦਰਦੀ ਸੀ। ਉਹ ਉਹਨਾਂ ਦੇ ਵਿਕਾਸ ਅਤੇ ਉਹਨਾਂ ਦੀਆਂ ਉਮੰਗਾਂ ਪੂਰੀਆਂ ਕਰਵਾਉਣ ਲਈ ਵੀ ਇੱਕ ਰਾਸ਼ਟਰੀ ਸੰਸਥਾ ਸਥਾਪਿਤ ਕਰਨੀ ਜ਼ਰੂਰੀ ਸਮਝਦਾ ਸੀਗਾ। ਇੱਥੇ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਹਿਊਮ ਤੋਂ ਬਿਨਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਲਈ ਕਈ ਹੋਰ ਨੇਤਾ ਅਤੇ ਸੰਘਾਂ ਨੇ ਵੀ ਬਹੁਤ ਮਹੱਤਵਪੂਰਨ ਹਿੱਸਾ ਪਾਇਆ। ਵੱਖ ਵੱਖ ਪ੍ਰਾਂਤਾਂ ਦੇ ਸੰਘ, ਖਾਸ ਤੌਰ 'ਤੇ ਇੰਡੀਅਨ ਐਸੋਸੀਏਸ਼ਨ ਕਲਕੱਤਾ, ਪੂਨਾ ਸਰਵਜਨਿਕ ਸਭਾ ਨੇ ਨੇਤਾ ਰਾਸ਼ਟਰੀ ਸੰਸਥਾ ਦੇ ਨੇਤਾਵਾਂ ਨੇ ਰਾਸ਼ਟਰੀ ਸੰਸਥਾ ਸਥਾਪਿਤ ਕਰਨ ਦੇ ਲਈ ਸਰਗਰਮ ਕੋਸ਼ਿਸ਼ਾਂ ਕਰ ਰਹੇ ਸਨ। ਜਨਵਰੀ 1882 ਵਿੱਚ ਸਰਵਿਸ ਤੋਂ ਰਿਟਾਇਰਡ ਹੋਣ ਤੋਂ ਬਾਅਦ ਹਿਊਮ ਨੇ ਭਾਰਤੀਆਂ ਵਿੱਚ ਰਾਸ਼ਟਰੀ ਏਕਤਾ ਪੈਦਾ ਕਰਨ ਲਈ ਸ਼ਲਾਘਾਯੋਗ ਕਦਮ ਚੁੱਕੇ। ਉਸ ਸਮੇਂ ਵਾਇਸਰਾਏ ਲਾਰਡ ਰਿਪਨ ਉਦਾਰ ਵਿਚਾਰਾਂ ਦਾ ਵਿਅਕਤੀ ਸੀ, ਜਿਸ ਨੇ ਸ਼ਾਸਨ ਕਾਲ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ। ਹਿਊਮ ਰਿਪਨ ਦਾ ਮਿੱਤਰ ਸੀ। ਉਸਨੂੰ ਵਾਇਸਰਾਇਜ਼ ਦੇ ਉਦਾਰ ਵਿਚਾਰਾਂ ਅਤੇ ਕਾਰਜ ਤੋਂ ਕਾਫੀ ਪ੍ਰੇਰਨਾ ਮਿਲੀ। 1883 ਈਸਵੀ ਵਿੱਚ ਮਾਰਚ 1883 ਵਿੱਚ ਹਿਊਮ ਨੇ ਕਲਕੱਤਾ ਯੂਨੀਵਰਸਿਟੀ ਦੇ ਗ੍ਰੈਜੂਏਟ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ, ਜਿਸ ਵਿੱਚ ਉਸਨੇ ਉਹਨਾਂ ਨੂੰ ਦੇਸ਼ ਵਾਸੀਆਂ ਦੇ ਮਾਨਸਿਕ, ਨੈਤਿਕ, ਸਮਾਜਿਕ, ਰਾਜਨੀਤਿਕ ਉਦਾਰ ਇੱਕ ਰਾਸ਼ਟਰੀ ਸੰਘ ਬਣਾਉਣ ਲਈ ਪ੍ਰੇਰਿਤ ਕੀਤਾ। ਉਸਨੇ ਪੱਤਰ ਵਿੱਚ ਲਿਖਿਆ ਕਿ ਸੁਤੰਤਰਤਾ ਅਤੇ ਪ੍ਰਸੰਨਤਾ ਦੀ ਪ੍ਰਾਪਤੀ ਲਈ ਆਤਮ ਬਲਿਦਾਨ ਅਤੇ ਸਵਾਰਥ ਤਿਆਗ ਸਫਲ ਪਥ ਪ੍ਰਦਰਸ਼ਨ ਸਨ, ਪਰੰਤੂ ਉਸ ਸਮੇਂ ਇਲਬਰਟ ਬਿੱਲ ਉੱਤੇ ਉੱਠੇ ਤੂਫਾਨ ਕਾਰਨ ਰਾਸ਼ਟਰੀ ਸੰਘ ਸਥਾਪਿਤ ਕਰਨ ਦਾ ਮਾਹੌਲ ਨਾ ਬਣ ਸਕਿਆ। ਦਸੰਬਰ 1883 ਵਿੱਚ ਇੰਡੀਅਨ ਐਸੋਸੀਏਸ਼ਨ ਦੇ ਆਗੂ ਆਨੰਦ ਮੋਹਨ ਬੋਸ ਅਤੇ ਸੁਰਿੰਦਰਨਾਥ ਬੈਨਰਜੀ ਦੇ ਯਤਨਾਂ ਵਜੋਂ ਕਲਕੱਤਾ ਵਿੱਚ ਨੈਸ਼ਨਲ ਕਾਂਗਰਸ ਆਯੋਜਿਤ ਕੀਤੀ ਗਈ, ਪਰੰਤੂ ਉਹਨਾਂ ਨੂੰ ਰਾਸ਼ਟਰੀ ਸੰਸਥਾ ਸਥਾਪਿਤ ਕਰਨ ਵਿੱਚ ਸਫਲਤਾ ਨਾ ਹੋਈ। 1884 ਦੇ ਅੰਤਲੇ ਦਿਨਾਂ ਵਿੱਚ 1884 ਈਸਵੀ ਦੇ ਅੰਤਲੇ ਮਹੀਨੇ ਵਿੱਚ ਰਿਪਨ ਨੂੰ ਵਾਪਸ ਇੰਗਲੈਂਡ ਬੁਲਾ ਲਿਆ ਗਿਆ। ਉਸ ਦੇ ਸਥਾਨ 'ਤੇ ਡੈਫਰਿਨ ਨੂੰ ਵਾਇਸਰਾਏ ਨਿਯੁਕਤ ਕੀਤਾ ਗਿਆ। ਦਸੰਬਰ 1884 ਤੋਂ ਲੈ ਕੇ 1885 ਈਸਵੀ ਤੱਕ ਹਿਊਮ ਨੇ ਸਰਵ ਭਾਰਤੀ ਰਾਸ਼ਟਰੀ ਸੰਘ ਸਥਾਪਿਤ ਕਰਨ ਦੇ ਉਦੇਸ਼ ਨਾਲ ਬੰਬਈ, ਪੂਨਾ, ਮਦਰਾਸ, ਕਲਕੱਤਾ, ਉੱਤਰ ਪੱਛਮੀ ਪ੍ਰਾਂਤ ਯਾਨੀ ਕਿ ਉੱਤਰ ਪ੍ਰਦੇਸ਼ ਅਤੇ ਪੰਜਾਬ ਦਾ ਦੌਰਾ ਕੀਤਾ ਅਤੇ ਇਹਨਾਂ ਪ੍ਰਾਂਤਾਂ ਦੇ ਨੇਤਾਵਾਂ ਨਾਲ ਆਪਣੀ ਯੋਜਨਾ ਬਾਰੇ ਗੱਲਬਾਤ ਵੀ ਕੀਤੀ। ਮਈ 1885 ਵਿੱਚ ਸ਼ਿਮਲਾ ਪਹੁੰਚਣ 'ਤੇ ਉਹ ਭਾਰਤ ਦੇ ਨਵੇਂ ਵਾਇਸਰਾਏ ਡਫਰਿਨ ਨੂੰ ਮਿਲਿਆ ਅਤੇ ਉਸਨੂੰ ਆਪਣੀ ਯੋਜਨਾ ਬਾਰੇ ਦੱਸਿਆ।
ਡਫਰਿਨ ਦੀ ਮਨਜ਼ੂਰੀ ਲੈਣ ਪਿੱਛੋਂ ਹਿਊਮ ਨੇ ਵੱਖ-ਵੱਖ ਪ੍ਰਾਂਤਾਂ ਦੇ ਨੇਤਾਵਾਂ ਨੂੰ ਚਿੱਠੀਆਂ ਲਿਖੀਆਂ, ਜਿਨ੍ਹਾਂ ਵਿੱਚ ਉਸਨੇ 25 ਦਸੰਬਰ 1885 ਈਸਵੀ ਨੂੰ ਪੂਨਾ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਅਗਸਤ 1885 ਈਸਵੀ ਤੋਂ ਲੈ ਕੇ ਨਵੰਬਰ 1885 ਈਸਵੀ ਤੱਕ ਹਿਊਮ ਨੇ ਇੰਗਲੈਂਡ ਦੀ ਯਾਤਰਾ ਕੀਤੀ। ਉੱਥੋਂ ਦੇ ਭਾਰਤ ਦੇ ਸ਼ੁਭਚਿੰਤਕਾਂ ਨੂੰ ਆਪਣੀ ਯੋਜਨਾ ਬਾਰੇ ਜਾਣੂ ਕਰਵਾਇਆ। ਭਾਰਤ ਵਾਪਸ ਆਉਣ 'ਤੇ ਹਿਊਮ ਨੂੰ ਪਤਾ ਲੱਗਾ ਕਿ 25 ਦਸੰਬਰ ਨੂੰ ਇੰਡੀਅਨ ਐਸੋਸੀਏਸ਼ਨ ਦੇ ਨੇਤਾ ਸੁਰਿੰਦਰਨਾਥ ਬੈਨਰਜੀ ਨੇ ਕਲਕੱਤਾ ਵਿੱਚ ਨੈਸ਼ਨਲ ਕਾਨਫਰੰਸ ਦਾ ਸਮਾਗਮ ਕਰਨ ਦਾ ਅਲੱਗ ਪ੍ਰਬੰਧ ਕੀਤਾ ਸੀ। ਇਸ ਲਈ ਦੂਜੇ ਨੇਤਾਵਾਂ ਦੀ ਸਲਾਹ ਨਾਲ ਉਹਨਾਂ ਨੇ ਆਪਣੀ ਕਾਨਫਰੰਸ ਦਾ ਨਾਮ ਇੰਡੀਅਨ ਨੈਸ਼ਨਲ ਕਾਂਗਰਸ ਰੱਖ ਦਿੱਤਾ ਅਤੇ ਉਸ ਦੀ ਮਿਤੀ 25 ਦਸੰਬਰ ਤੋਂ ਬਦਲ ਕੇ 28 ਦਸੰਬਰ ਰੱਖ ਦਿੱਤੀ। ਦਸੰਬਰ ਦੇ ਤੀਜੇ ਹਫ਼ਤੇ ਪੂਨਾ ਵਿੱਚ ਹੈਜ਼ਾ ਫੈਲ ਜਾਣ ਕਾਰਨ ਸਮਾਗਮ ਦਾ ਸਥਾਨ ਵੀ ਪੂਨਾ ਤੋਂ ਬੰਬਈ ਕਰ ਦਿੱਤਾ ਗਿਆ। 28 ਦਸੰਬਰ 1885 ਨੂੰ ਬੰਬਈ ਵਿਖੇ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸੈਸ਼ਨ ਹੋਇਆ, ਜੋ ਕਿ 3 ਦਿਨ ਚੱਲਦਾ ਰਿਹਾ। ਇਸ ਵਿੱਚ ਭਾਰਤ ਦੇ ਵੱਖ-ਵੱਖ ਭਾਗਾਂ ਤੋਂ 72 ਪ੍ਰਤੀਨਿਧ ਸ਼ਾਮਿਲ ਹੋਏ। ਮੋਮੇਸ਼ ਚੰਦਰ ਬੈਨਰਜੀ ਨੂੰ ਇਸ ਸਮਾਗਮ ਦਾ ਸਭਾਪਤੀ ਅਤੇ ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਜੋ ਦੂਜੇ ਨੇਤਾ ਸਨ ਉਹ ਹਨ ਹਿਊਮ, ਦਾਦਾ ਭਾਈ ਨਰੋਜੇ, ਫਿਰੋਜ਼ ਸ਼ਾਹ ਮਹਿਤਾ, ਬਦਰੁਦੀਨ ਤਿਆਬਜੀ, ਕੇ.ਟੀ. ਤੈਲੰਗ, ਨਰਿੰਦਰ ਨਾਥ ਸੇਨ, ਰਘੂਨਾਥ ਰਾਵ, ਮਹਾਦੇਵ ਗੋਵਿੰਦ ਰਨਾਡੇ, ਮੁਰਲੀਧਰ ਆਮ ਤੌਰ 'ਤੇ ਇਹ ਨਾਮ ਪ੍ਰਮੁੱਖ ਸਨ। ਬੇਸ਼ੱਕ ਸਮਾਗਮ ਦੇ ਪ੍ਰਤੀਨਿਧੀ ਗਿਣਤੀ ਸਿਰਫ 72 ਸੀ, ਫਿਰ ਵੀ ਇਹ ਸਮੁੱਚੇ ਰਾਸ਼ਟਰੀ ਪ੍ਰਤੀਨਿਧਤਾ ਦਾ ਇੱਕ ਮਿਸਾਲ ਸੀ। ਇਸ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਵੱਖ-ਵੱਖ ਰਾਜਨੀਤਿਕ ਸੰਘਾਂ ਦੇ ਪ੍ਰਤੀਨਿਧ ਸ਼ਾਮਿਲ ਸਨ। ਇਸ ਪ੍ਰਕਾਰ 1885 ਈਸਵੀ ਦੇ ਅੰਤ ਵਿੱਚ ਭਾਰਤ ਦੇ ਇਸ ਸਭ ਤੋਂ ਪ੍ਰਸਿੱਧ ਰਾਸ਼ਟਰੀ ਦਲ ਦਾ ਜਨਮ ਹੋਇਆ, ਜਿਸ ਨੇ ਰਾਸ਼ਟਰੀ ਅੰਦੋਲਨ ਦੀ ਸਭ ਤੋਂ ਮਹੱਤਵਪੂਰਨ ਭਾਗ ਲਿਆ ਅਤੇ ਅੰਤ ਵਿੱਚ ਦੇਸ਼ ਨੂੰ ਵਿਦੇਸ਼ੀ ਰਾਜ ਤੋਂ ਸੁਤੰਤਰ ਕਰਵਾਇਆ। ਅੱਗੇ ਵਧਣ ਤੋਂ ਪਹਿਲਾਂ ਸਾਨੂੰ ਇਸ ਦੇ ਕਾਂਗਰਸ ਦੇ ਉਦੇਸ਼ ਸਮਝ ਲੈਣੇ ਚਾਹੀਦੇ ਹੈ। ਮੋਮੇਸ਼ ਚੰਦਰ ਬੈਨਰਜੀ, ਜੋ ਕਿ ਕਾਂਗਰਸ ਦੇ ਪਹਿਲੇ ਸੈਸ਼ਨ ਦੇ ਪ੍ਰਧਾਨ ਸਨ, ਨੇ ਕਾਂਗਰਸ ਦੇ ਕੁਝ ਉਦੇਸ਼ ਦੱਸੇ। ਪਹਿਲਾ ਉਦੇਸ਼ ਦੇਸ਼ ਦੇ ਰਾਸ਼ਟਰੀਵਾਦੀ ਕਾਰਜਕਰਤਾਵਾਂ ਵਿੱਚ ਨਿੱਜੀ ਸੰਪਰਕ ਅਤੇ ਮਿੱਤਰਤਾ ਦੀ ਭਾਵਨਾ ਨੂੰ ਵਧਾਉਣਾ, ਜਾਤੀ, ਧਰਮ, ਪ੍ਰਾਂਤ ਦੇ ਭੇਦਭਾਵ ਨੂੰ ਸਮਾਪਤ ਕਰਦੇ ਹੋਏ ਦੇਸ਼ ਦੇ ਸਾਰੇ ਲੋਕਾਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਵਿਕਸਿਤ ਕਰਨਾ, ਮਹੱਤਵਪੂਰਨ ਸਮਾਜਿਕ ਅਤੇ ਰਾਜਨੀਤਿਕ ਪ੍ਰਸ਼ਨਾਂ ਉੱਤੇ ਭਾਰਤ ਦੇ ਸਿੱਖਿਅਤ ਵਰਗਾਂ ਦੇ ਵਿਚਾਰਾਂ ਨੂੰ ਸੰਕਲਿਤ ਕਰਨਾ, ਆਉਣ ਵਾਲੇ 12 ਮਹੀਨਿਆਂ ਵਿੱਚ ਰਾਸ਼ਟਰਵਾਦੀਆਂ ਦਾ ਲੋਕਾਂ ਦੇ ਹਿੱਤਾਂ ਲਈ ਕਾਰਜਕ੍ਰਮ ਨਿਸ਼ਚਿਤ ਕਰਨਾ। ਕਾਂਗਰਸ ਦੇ ਉਦੇਸ਼ ਸਮੇਂ-ਸਮੇਂ 'ਤੇ ਪਰਿਵਰਤਨ ਜ਼ਰੂਰ ਹੁੰਦੇ ਰਹੇ ਆ। ਸ਼ੁਰੂ ਵਿੱਚ ਇਹ ਕੇਵਲ ਰਾਜਨੀਤਿਕ ਪ੍ਰਸ਼ਾਸਨਿਕ ਸੁਧਾਰਾਂ ਲਈ ਹੀ ਮੰਗ ਕਰਦੇ ਸਨ, ਪਰੰਤੂ ਬਾਅਦ ਵਿੱਚ ਇਹਨਾਂ ਨੇ ਸੁਤੰਤਰਤਾ ਇਸ ਦਾ ਟੀਚਾ ਬਣ ਗਿਆ।